ਸਭ ਤੋਂ ਪਹਿਲਾਂ ਸ਼ੁਰੂ ਕਰਦੇ ਹਾਂ ਪਹਿਲੇ ਪ੍ਰਸ਼ਨ ਤੋਂ ਜੋ ਤੁਹਾਡੇ ਵੱਲੋਂ ਪੁੱਛਿਆ ਗਿਆ ਸੀ ਕਿ ਜੋ ਭਾਸ਼ਾ ਪਰਿਵਾਰ ਨੇ ਉਹਨਾਂ ਦੀ ਗਿਣਤੀ ਕਿੰਨੀ ਹੈ। ਠੀਕ ਹੈ, ਮੈਂ ਤੁਹਾਨੂੰ ਬੋਲਿਆ ਸੀ 12 ਤੇ ਤੁਹਾਡੇ ਵਿੱਚੋਂ ਕਈਆਂ ਨੇ ਕਿਹਾ ਕਿ ਅਸੀਂ 11 ਪੜਿਆ। ਠੀਕ ਹੈ, ਤਾਂ 11 ਤੇ 12 ਦੋਨੇ ਹੀ ਮੰਨੇ ਜਾਂਦੇ ਨੇ। 12ਵਾਂ ਕਿੱਥੋਂ ਪੈਦਾ ਹੋ ਗਿਆ, ਕੀ ਲੋੜ ਪੈ ਗਈ 12ਵਾਂ ਬਣਾਉਣ ਦੀ? ਤਾਂ ਕਿਉਂਕਿ ਜੋ ਬਾਕੀ ਭਾਸ਼ਾਵਾਂ ਬਚੀਆਂ ਸੀ, ਠੀਕ ਹੈ, ਜਿਨ੍ਹਾਂ ਬਾਰੇ ਨਹੀਂ ਪਤਾ ਸੀ ਕਿ ਇਹ ਕਿਸ ਨਾਲ ਸੰਬੰਧ ਰੱਖਦੀਆਂ, ਤਾਂ ਉਹਨਾਂ ਨੂੰ ਵੀ ਤਾਂ ਸ਼ਾਮਿਲ ਕਰਨਾ ਜ਼ਰੂਰੀ ਸੀ ਨਾ। ਉਹਨਾਂ ਨੂੰ ਵੀ ਆਪਾਂ ਕੋਈ ਨਾ ਕੋਈ ਨਾਮ ਦੇਣਾ ਸੀ, ਤਾਂ ਉਸ ਨੂੰ ਨਾਮ ਦਿੱਤਾ ਗਿਆ ਅਗਿਆਤ ਭਾਸ਼ਾ ਪਰਿਵਾਰ। ਕਿਹੜਾ? ਅਗਿਆਤ। ਅਗਿਆਤ ਦਾ ਮਤਲਬ ਤੁਹਾਨੂੰ ਪਤਾ ਹੀ ਹੈ, ਸਮਝਾਉਣ ਦੀ ਜ਼ਰੂਰਤ ਨਹੀਂ। ਜਿਹਦੇ ਬਾਰੇ ਅਸੀਂ ਨਹੀਂ ਜਾਣਦੇ ਤਾਂ ਉਸ ਨੂੰ ਬਣਾ ਦਿੱਤਾ ਗਿਆ 12ਵਾਂ ਭਾਸ਼ਾ ਪਰਿਵਾਰ, ਤਾਂ ਕਿ ਜੋ ਦੂਸਰੀਆਂ ਸਾਰੀਆਂ ਭਾਸ਼ਾਵਾਂ ਲੈਫਟ ਰਹਿ ਗਈਆਂ ਸੀ ਉਹਨਾਂ ਨੂੰ ਉਹਦੇ ਵਿੱਚ ਸ਼ਾਮਿਲ ਕਰ ਸਕੀਏ। ਠੀਕ ਹੈ ਜੀ, ਤਾਂ ਟੋਟਲ ਹੋ ਗਏ ਫਿਰ 12। ਇਹ ਸਿਰਫ ਇਹਦਾ ਅਧਿਐਨ ਕਰਨ ਦੇ ਮੰਤਵ ਨਾਲ ਹੀ ਬਣਾਏ ਗਏ ਸੀ ਭਾਸ਼ਾ ਪਰਿਵਾਰ। ਉਸ ਤੋਂ ਅਗਲਾ ਪ੍ਰਸ਼ਨ ਸੀ ਭਾਸ਼ਾ ਚੱਕਰ ਬਾਰੇ, ਕਿ ਸੰਸਾਰ ਦੀ ਭਾਸ਼ਾ ਚੱਕਰ ਕਿੰਨੇ ਨੇ। ਤਾਂ ਇਸ ਨੂੰ ਸਮਝਣ ਦੇ ਲਈ ਇਸ ਨੂੰ ਵੰਡਿਆ ਗਿਆ 4 ਹਿੱਸਿਆਂ ਦੇ ਵਿੱਚ। ਕਿਹੜੇ ਕਿਹੜੇ ਉਹ ਆਪਾਂ ਪੜ੍ਹਦੇ ਹਾਂ। ਉੱਤਰੀ ਦੱਖਣੀ ਅਮਰੀਕਾ, ਸ਼ਾਂਤ ਮਹਾਸਾਗਰ ਦੇ ਦੀਪ, ਯੂਰਪ, ਏਸ਼ੀਆ ਜਿਸ ਨੂੰ ਯੂਰੇਸ਼ੀਆ ਵੀ ਕਿਹਾ ਜਾਂਦਾ, ਨੋਟ ਕਰ ਲਿਓ ਯੂਰੇਸ਼ੀਆ, ਤੇ ਉਸ ਤੋਂ ਬਾਅਦ ਅਫਰੀਕਾ। ਇਸ ਤੋਂ ਬਾਅਦ ਅਸੀਂ ਸਿਰਫ ਉੱਥੇ ਚੱਲਾਂਗੇ ਜਿਹਦਾ ਸੰਬੰਧ ਸਾਡੀ ਪੰਜਾਬੀ ਦੇ ਨਾਲ ਹੈ। ਤਾਂ ਅਸੀਂ ਚੁਣ ਲਿਆ ਯੂਰਪ, ਏਸ਼ੀਆ। ਠੀਕ ਹੈ, ਤਾਂ ਇਸ ਨੂੰ ਅੱਗੇ ਅਸੀਂ ਵੰਡਾਂਗੇ 6 ਭਾਗਾਂ ਦੇ ਵਿੱਚ। ਇਹ ਆਪਾਂ ਕਰਿਆ ਹੋਇਆ, ਜਸਟ ਮੈਂ ਤੁਹਾਨੂੰ ਚਾਰਟ ਦੇ ਥਰੂ ਸਮਝਾ ਰਹੀ ਹਾਂ ਤਾਂ ਕਿ ਤੁਹਾਨੂੰ ਈਜ਼ੀਲੀ ਪਤਾ ਲੱਗ ਜੇ ਕਿ ਕੋਈ ਚੀਜ਼ ਕਿੱਥੋਂ ਕਿੱਥੋਂ ਲੰਘ ਕੇ ਆਈ ਹੈ, ਤੇ ਇੱਥੋਂ ਤੁਸੀਂ ਸਮਝ ਲਓਗੇ ਤਾਂ ਕਦੇ ਭੁੱਲੋਗੇ ਨਹੀਂ। ਠੀਕ ਹੈ, ਸਭ ਤੋਂ ਪਹਿਲਾਂ ਆ ਗਿਆ ਸਾਮੀ ਭਾਸ਼ਾ ਪਰਿਵਾਰ। ਹੁਣ ਇਹ ਸਾਰੇ ਭਾਸ਼ਾ ਪਰਿਵਾਰ ਨੇ, ਠੀਕ ਹੈ, ਉਹ ਭਾਸ਼ਾ ਚੱਕਰ ਸੀ, ਪਲੀਜ਼ ਇਹਦੇ ਵਿੱਚ ਧਿਆਨ ਰੱਖਿਓ। ਇਸ ਤੋਂ ਬਾਅਦ ਉਰਾਲ ਅਲਤਾਈ ਭਾਸ਼ਾ ਪਰਿਵਾਰ, ਨੈਕਸਟ ਚੀਨੀ ਭਾਸ਼ਾ ਪਰਿਵਾਰ, ਆਰੀਆ ਭਾਸ਼ਾ ਪਰਿਵਾਰ, ਕਾਕੇਸ਼ੀ ਭਾਸ਼ਾ ਪਰਿਵਾਰ ਤੇ ਦ੍ਰਾਵਿੜ ਭਾਸ਼ਾ ਪਰਿਵਾਰ। ਫਿਰ ਅਸੀਂ ਕਿੱਥੇ ਫੋਕਸ ਕਰਨਾ ਹੈ, ਜਿਹਦੇ ਨਾਲ ਸੰਬੰਧ ਹੈ ਸਾਡੀ ਪੰਜਾਬੀ ਦਾ। ਅਸੀਂ ਚੂਜ਼ ਕਰ ਲਿਆ ਜੀ ਆਰੀਆ ਭਾਸ਼ਾ ਪਰਿਵਾਰ। ਹੁਣ ਇੱਥੇ ਇੰਪੋਰਟੈਂਟ ਕੁਐਸਚਨ ਬਣਦਾ ਹੈ ਕਿ ਜੋ ਪੰਜਾਬੀ ਭਾਸ਼ਾ ਹੈ ਉਸ ਦਾ ਸੰਬੰਧ ਕਿਸ ਦੇ ਨਾਲ ਹੈ, ਤਾਂ ਉਹ ਹੈ ਜੀ ਆਰੀਆ ਭਾਸ਼ਾ ਪਰਿਵਾਰ ਨਾਲ। ਪਲੀਜ਼ ਨੋਟ ਇਟ। ਇਸ ਤੋਂ ਬਾਅਦ ਜੋ ਪ੍ਰਸ਼ਨ ਤੁਹਾਡੇ ਵੱਲੋਂ ਆਇਆ ਸੀ ਕੈਂਟਮ ਤੇ ਸਤਮ ਦਾ, ਕਿ ਇਹ ਅਸੀਂ ਸਿਰਫ ਨਾਮ ਸੁਣੇ ਨੇ, ਇਹਨਾਂ ਬਾਰੇ ਪਤਾ ਨਹੀਂ ਕਿ ਇਹ ਕੀ ਹੈ, ਤੇ ਜਾਂ ਅਸੀਂ ਪਜ਼ਲ ਹੁੰਦੇ ਕਿ ਕੈਂਟਮ ਦੇ ਵਿੱਚ ਕੀ ਹੈ ਤੇ ਸਤਮ ਦੇ ਵਿੱਚ ਕੀ ਹੈ। ਹਾਂਜੀ, ਤਾਂ ਇਹਨਾਂ ਦੇ ਵਿਚਕਾਰ ਤੁਹਾਨੂੰ ਦਿਖ ਰਿਹਾ ਹੋਵੇਗਾ ਮੈਂ ਲਿਖਿਆ ਹੋਇਆ ਭਾਰੋਪੀ ਭਾਸ਼ਾਵਾਂ। ਹੁਣ ਪਹਿਲਾਂ ਭਾਰੋਪੀ ਭਾਸ਼ਾਵਾਂ ਕੀ ਹੁੰਦੀਆਂ, ਤਾਂ ਇਹ 2 ਸ਼ਬਦਾਂ ਨਾਲ ਸੁਮੇਲ ਹੈ, ਭਾ ਭਾਰਤ, ਰੋਪੀ ਯੂਰਪੀ। ਠੀਕ ਹੈ, ਭਾਰਤੀ ਤੇ ਯੂਰਪੀ ਦੋਨੇ ਭਾਸ਼ਾਵਾਂ ਦਾ ਸੁਮੇਲ। ਤਾਂ ਇਹਨਾਂ ਦੇ ਵਿੱਚ ਅੰਤਰ ਪ੍ਰਗਟਾਉਣ ਦੇ ਲਈ, ਇਹਨਾਂ ਨੂੰ ਅਲੱਗ-ਅਲੱਗ ਕਰਨ ਦੇ ਲਈ ਵਿਅੰਜਨਾਂ ਦੇ ਆਧਾਰ ਤੇ ਜੋ ਵੰਡਿਆ ਗਿਆ ਸੀ, ਗਰੁੱਪ ਬਣਾਏ ਗਏ ਸੀ, ਵਰਗ ਬਣਾਏ ਗਏ ਸੀ, ਉਹ ਸੀ 2, ਕੈਂਟਮ ਤੇ ਸਤਮ। ਠੀਕ ਹੈ, ਹੁਣ ਇਹਨੂੰ ਯਾਦ ਕਰਨ ਦੀ ਇੱਕ ਟ੍ਰਿਕ ਜੀ ਕਰ ਲਓ ਦਿਮਾਗ ਦੇ ਵਿੱਚ। ਠੀਕ ਹੈ, ਸਤਮ ਮਤਲਬ ਸੱਸੇ ਨਾਲ ਸਟਾਰਟ ਹੋ ਰਿਹਾ। ਪੰਜਾਬੀ ਦੀ ਮੂਲ ਭਾਸ਼ਾ ਸੰਸਕ੍ਰਿਤ ਮੰਨੀ ਜਾਂਦੀ ਆ, ਸੱਸੇ ਨਾਲ ਸਟਾਰਟ ਹੋ ਰਹੀ ਹੈ। ਠੀਕ ਹੈ, ਤਾਂ ਇੱਥੋਂ ਫਿਕਸ ਕਰ ਲਓ ਕਿ ਸੱਸਾ ਸਤਮ, ਸੱਸਾ ਸੰਸਕ੍ਰਿਤ। ਤਾਂ ਸਤਮ ਵਾਲੇ ਕਿਹੜੇ ਨੇ, ਉਹ ਭਾਰਤੀ ਈਰਾਨੀ ਨੇ, ਭਾਰਤ ਨਾਲ ਸੰਬੰਧਿਤ ਨੇ। ਤੇ ਪ੍ਰਸ਼ਨ ਵੀ ਸਿਰਫ ਇਸੇ ਤਰ੍ਹਾਂ ਦਾ ਹੀ ਆਉਂਦਾ, ਜ਼ਿਆਦਾ ਨਹੀਂ ਇਸ ਬਾਰੇ ਪੁੱਛਿਆ ਜਾਂਦਾ, ਸਿਰਫ ਇਸ ਤਰ੍ਹਾਂ ਦਾ ਪ੍ਰਸ਼ਨ ਹੀ ਆਉਂਦਾ ਕਿ ਕੈਂਟਮ ਦਾ ਵਰਗ, ਜਿਹੜਾ ਕੈਂਟਮ ਵਰਗ ਹੈ ਉਸ ਦਾ ਸੰਬੰਧ ਕਿਹੜੀ ਭਾਸ਼ਾ ਨਾਲ ਹੈ, ਤੇ ਜੋ ਸਤਮ ਹੈ ਉਹ ਕਿਹੜੇ ਨਾਲ। ਤਾਂ ਸਤਮ ਹੈ ਭਾਰਤੀ ਈਰਾਨੀ ਤੇ ਕੈਂਟਮ ਹੈ ਯੂਰਪੀ। ਠੀਕ ਹੈ, ਇਹ ਹੋ ਗਿਆ ਯੂਰਪੀ ਤੇ ਇਹ ਹੋ ਗਿਆ ਭਾਰਤੀ ਈਰਾਨੀ। ਇਸ ਤੋਂ ਬਾਅਦ ਦੇਖੋ ਇੱਥੇ ਇਹ ਚੀਜ਼ ਆ ਜਾਂਦੀ, ਜਦੋਂ ਭਾਰੋਪੀ ਮਤਲਬ ਇਕੱਠੇ ਕਿਤੇ ਨਾ ਕਿਤੇ ਜਿਹੜੇ ਇਹ ਜਿਹੜੀ ਵਿਚਾਰਧਾਰਾ ਵਿਦਵਾਨਾਂ ਦੀ, ਕਿ ਜੋ ਵਡੇਰੇ ਨੇ ਉਹ ਇਕੱਠੇ ਰਹਿੰਦੇ ਰਹੇ, ਤਾਂ ਕਰਕੇ ਇਹਨਾਂ ਦਾ ਭਾਸ਼ਾ ਪਰਿਵਾਰ ਇੱਕ ਹੈ। ਕਿਹੜਾ? ਆਰੀਆ ਭਾਸ਼ਾ ਪਰਿਵਾਰ। ਠੀਕ ਹੈ, ਕਦੋਂ ਰਹਿੰਦੇ ਰਹੇ, ਕਿੱਥੇ ਰਹਿੰਦੇ ਰਹੇ, ਇਸ ਸੰਬੰਧੀ ਤਾਂ ਮਤਭੇਦ ਨੇ। ਠੀਕ ਹੈ, ਮਤਭੇਦ ਚੱਲਦੇ ਹੀ ਰਹਿਣੇ ਨੇ ਜਿੰਨਾ ਟਾਈਮ ਕੋਈ ਫਾਈਨਲ ਰਿਜ਼ਲਟ ਨਹੀਂ ਮਿਲਦਾ। ਠੀਕ ਹੈ, ਕਿਉਂਕਿ ਵਿਦਵਾਨਾਂ ਦੀ ਕਿਸੇ ਇੱਕ ਮਤ ਸੰਬੰਧੀ ਰਾਏ ਮਿਲਣੀ ਬਹੁਤ ਜ਼ਿਆਦਾ ਔਖੀ ਹੈ।
ਠੀਕ ਹੈ ਜੀ। ਐਨਾ ਹੀ ਬਹੁਤ ਹੈ ਕਿ ਇਸ ਤੱਥ ਨਾਲ ਸਹਿਮਤ ਆ ਸਾਰੇ ਕਿ ਦੋਨਾਂ ਦਾ ਜਿਹੜਾ ਸੰਬੰਧ ਆ ਉਹ ਆਰੀਆ ਭਾਸ਼ਾ ਪਰਿਵਾਰ ਨਾਲ ਆ। ਠੀਕ ਹੈ, ਤਾਂ ਇਸ ਤੋਂ ਬਾਅਦ ਅਸੀਂ ਕਰਾਂਗੇ ਯੂਰਪੀ ਭਾਸ਼ਾਵਾਂ ਦੇ ਵਿੱਚ ਕੀ ਆ ਜਾਂਦਾ ਹੈ ਤੇ ਭਾਰਤੀ ਇਰਾਨੀ ਦੇ ਵਿੱਚ ਕੀ ਆ ਜਾਂਦਾ ਹੈ। ਅੱਜ ਤੱਕ ਕੈਂਟਮ ਤੇ ਸਤਮ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਇਸ ਦਾ ਸੰਬੰਧ ਕਿਸ ਨਾਲ ਹੈ। ਤਾਂ ਪਹਿਲਾਂ ਕਰਾਂਗੇ ਅਸੀਂ ਯੂਰਪੀ ਭਾਸ਼ਾਵਾਂ, ਜਰਮਨ, ਰੂਸੀ, ਅੰਗਰੇਜ਼ੀ, ਇਟਾਲੀਅਨ, ਯੂਨਾਨੀ। ਠੀਕ ਹੈ, ਲਾਤੀਨੀ ਕਹਿ ਦਿੰਦੇ ਆਪਾਂ, ਇਟਾਲੀਅਨ, ਰੂਸੀ ਦੇ ਨਾਂ ਵੀ ਲਿਖੂਗੇ ਤਾਂ ਵੀ ਇਹਨਾਂ ਦੇ ਅੰਡਰ ਆਈ ਜਾਣੀਆਂ ਨੇ। ਠੀਕ ਹੈ, ਯੂਰਪੀ ਭਾਸ਼ਾਵਾਂ ਦੇ ਵਿੱਚ। ਤੇ ਇਧਰ ਭਾਰਤੀ ਇਰਾਨੀ ਦੇ ਵਿੱਚ ਕੀ ਆ ਗਿਆ, ਭਾਰਤੀ ਆਰੀਆ, ਇਰਾਨੀ ਤੇ ਦਰਦ। ਤਿੰਨ ਹਿੱਸੇ ਹੋ ਗਏ ਤੇ ਇਹਨਾਂ ਨੂੰ ਆਪਾਂ ਇੱਥੇ ਹੀ ਛੱਡ ਦਾਂਗੇ ਕਿਉਂਕਿ ਇੱਥੋਂ ਲਿੰਕ ਟੁੱਟ ਗਿਆ ਆਪਣੀ ਪੰਜਾਬੀ ਦਾ ਇਹਨਾਂ ਨਾਲ। ਇੱਥੇ ਸਿਰਫ ਆਪਾਂ ਲਵਾਂਗੇ ਭਾਰਤੀ ਆਰੀਆ, ਇਰਾਨੀ ਤੇ ਦਰਦ। ਭਾਰਤੀ ਆਰੀਆ ਦੇ ਵਿੱਚੋਂ ਨਿਕਲੀ ਵੈਦਿਕ ਭਾਸ਼ਾ, ਜਿਹਨੂੰ ਵੈਦਿਕ ਸੰਸਕ੍ਰਿਤ ਵੀ ਕਿਹਾ ਗਿਆ, ਪਰ ਆਪਾਂ ਕਹਾਂਗੇ ਵੈਦਿਕ ਭਾਸ਼ਾ ਕਿਉਂਕਿ ਪਹਿਲਾਂ ਵੈਦਿਕ ਭਾਸ਼ਾ ਹੀ ਇਸ ਦਾ ਨਾਮਕਰਨ ਸੀ। ਇਰਾਨੀ ਚੋਂ ਨਿਕਲੀ ਫਾਰਸੀ ਤੇ ਦਰਦ ਦੇ ਵਿੱਚੋਂ ਕਸ਼ਮੀਰ ਦੀ ਭਾਸ਼ਾ। ਠੀਕ ਹੈ, ਇਸ ਤੋਂ ਬਾਅਦ ਆਪਣਾ ਸਬੰਧ ਸਿਰਫ ਰਹਿ ਗਿਆ ਵੈਦਿਕ ਭਾਸ਼ਾ ਦੇ ਨਾਲ, ਦੂਜੇ ਆਪਾਂ ਛੱਡ ਦੇਣੇ ਆ ਵੈਦਿਕ ਭਾਸ਼ਾ ਤੇ ਆ ਜਾਓ। ਹੁਣ ਵੈਦਿਕ ਭਾਸ਼ਾ ਸੰਬੰਧੀ ਪ੍ਰਸ਼ਨ ਪੁੱਛਿਆ ਗਿਆ ਸੀ ਤੁਹਾਡੇ ਵੱਲੋਂ ਕਿ ਵੈਦਿਕ ਭਾਸ਼ਾ ਜਾਂ ਵੈਦਿਕ ਸੰਸਕ੍ਰਿਤ ਦੋਨਾਂ ਦੇ ਵਿੱਚ ਕੀ ਫਰਕ ਹੈ। ਓਕੇ, ਤਾਂ ਸਭ ਤੋਂ ਪਹਿਲਾਂ ਅਸੀਂ ਕਰਾਂਗੇ ਕਿ ਵੈਦਿਕ ਭਾਸ਼ਾ ਨੂੰ ਵੀ ਦੋ ਹਿੱਸਿਆਂ 'ਚ ਵੰਡ ਲਿਆ ਗਿਆ, ਕਲਾਸਿਕਲ ਸੰਸਕ੍ਰਿਤ ਤੇ ਵੈਦਿਕ ਸੰਸਕ੍ਰਿਤ। ਹੁਣ ਜਿੱਦਾਂ ਵੈਦਿਕ ਭਾਸ਼ਾ ਦੀ ਸਮਝ ਆ ਗਈ ਆਪਾਂ ਨੂੰ, ਕਿਹੜੀ ਭਾਸ਼ਾ ਹੈ, ਵੇਦਾਂ ਦੀ ਭਾਸ਼ਾ। ਠੀਕ ਹੈ, ਜਿਹਦੇ ਵਿੱਚ ਵੇਦ ਲਿਖੇ ਗਏ ਆ, ਵੈਦਿਕ ਸੰਸਕ੍ਰਿਤ। ਉਸ ਤੋਂ ਬਾਅਦ ਕਲਾਸਿਕਲ ਸੰਸਕ੍ਰਿਤ ਜੋ ਆਮ ਲੋਕਾਂ ਦੀ ਭਾਸ਼ਾ ਬੋਲੀ ਗਈ, ਲੌਕਿਕ। ਠੀਕ ਹੈ, ਹੁਣ ਇਹ ਚੀਜ਼ ਦੇ ਵਿੱਚ ਕਨਫਿਊਜ਼ ਨਹੀਂ ਹੋ ਜਾਣਾ ਕਿ ਅੱਗੇ ਜੋ ਕਲਾਸਿਕਲ ਸੰਸਕ੍ਰਿਤ ਸੀਗੀ ਉਹਦੀ ਵੰਡ ਹੋਈ। ਠੀਕ ਹੈ, ਲੋਕਾਂ ਨੇ ਕਿਉਂ ਬੋਲਣੀ ਬੰਦ ਕਰੀ, ਕਿਉਂਕਿ ਕਲਾਸਿਕਲ ਸੰਸਕ੍ਰਿਤ ਨੂੰ ਹੀ ਕਾਦੇ ਚ ਬੰਨਤਾ, ਵਿਆਕਰਨ ਦੇ ਵਿੱਚ, ਨਿਯਮਾਂ ਦੇ ਵਿੱਚ ਬੰਨਤਾ। ਜੇ ਨਾ ਬੰਨਦੇ, ਜੇ ਉਹ ਆਮ ਲੋਕ ਬੋਲੀ ਰਹਿੰਦੇ ਤਾਂ ਫਿਰ ਲੋਕ ਕਿਉਂ ਛੱਡਦੇ। ਠੀਕ ਹੈ, ਤਾਂ ਇਸ ਨੂੰ ਵੰਡਿਆ ਗਿਆ ਅੱਗੇ ਤਿੰਨ ਹਿੱਸਿਆਂ ਦੇ ਵਿੱਚ। ਕਿਸ ਨੂੰ, ਕਲਾਸਿਕਲ ਸੰਸਕ੍ਰਿਤ। ਠੀਕ ਹੈ, ਕਿਸ ਤਰ੍ਹਾਂ ਜੀ, ਪਹਿਲਾਂ ਸਾਹਿਤਿਕ ਪ੍ਰਕਿਰਤਾ। ਸਾਹਿਤਿਕ ਤੁਹਾਨੂੰ ਨਾਮ ਤੋਂ ਹੀ ਕਲੀਅਰ ਹੋ ਗਿਆ ਹੋ, ਠੀਕ ਹੈ, ਸਾਹਿਤ ਨਾਲ ਸੰਬੰਧਿਤ ਹੋਣ ਜੋ। ਇਹਦਾ ਸਮਾਂ ਰਿਹਾ ਪਹਿਲੀ ਸਦੀ ਤੋਂ ਲੈ ਕੇ 600 ਈਸਵੀ ਤੱਕ। ਆਪ ਪ੍ਰੰਸ਼ਾਂ ਦਾ ਇਹਨੂੰ ਆਪਾਂ ਬਾਅਦ ਚ ਕਰਦੇ ਹਾਂ। ਪਾਲੀ ਭਾਸ਼ਾ ਸਭ ਤੋਂ ਪਹਿਲਾਂ ਹੋਈ। ਠੀਕ ਹੈ, ਪਾਲੀ ਭਾਸ਼ਾ ਦਾ ਜੀ 600 ਈਸਵੀ ਪੂਰਵ ਤੋਂ ਪਹਿਲੀ ਸਦੀ ਈਸਵੀ। ਉਸ ਤੋਂ ਬਾਅਦ ਆਇਆ ਪਹਿਲੀ ਸਦੀ ਤੋਂ ਲੈ ਕੇ 600 ਈਸਵੀ ਸਾਹਿਤਿਕ ਪ੍ਰਕਿਰਤਾ। ਉਸ ਤੋਂ ਬਾਅਦ ਆ ਗਈਆਂ ਅਪਭ੍ਰੰਸ਼ਾਂ। ਹੁਣ ਇਹ ਕਿੱਥੋਂ ਨਿਕਲੀਆਂ, ਕਲਾਸਿਕਲ ਸੰਸਕ੍ਰਿਤ ਤੋਂ। ਠੀਕ ਹੈ, ਤਾਂ ਉਸ ਤੋਂ ਬਾਅਦ ਜੀ ਆਪਣੇ ਕੋਲੇ ਆ ਗਿਆ ਅਪਭ੍ਰੰਸ਼ਾਂ ਦਾ, ਸਿਰਫ ਤੇ ਸਿਰਫ ਅਪਭ੍ਰੰਸ਼ਾਂ। ਕਿਉਂਕਿ ਪਾਲੀ ਭਾਸ਼ਾ ਵੀ ਹੌਲੀ ਹੌਲੀ ਇਹਦੀ ਲੋਕਪ੍ਰਿਯਤਾ ਘਟਦੀ ਗਈ। ਆਪਾਂ ਕਰਿਆ ਸੀ ਪਹਿਲੇ ਵਾਲੇ ਲੈਕਚਰ ਦੇ ਵਿੱਚ ਕਿ ਚਲੋ ਵਿਆਕਰਨ ਦੇ ਵਿੱਚ ਬੰਨ ਦਿੰਦੇ ਨੇ, ਠੀਕ ਹੈ, ਕਠੋਰ ਬਣਾ ਦਿੰਦੇ ਨੇ ਕਿਸੇ ਭਾਸ਼ਾ ਨੂੰ, ਤਾਂ ਆਟੋਮੈਟਿਕਲੀ ਆਮ ਲੋਕਾਂ ਤੋਂ ਦੂਰ ਹੋ ਜਾਂਦੀ ਹੈ। ਠੀਕ ਹੈ, ਹੁਣ ਸਾਹਿਤਿਕ ਤਾਂ ਪਹਿਲਾਂ ਹੀ ਪਤਾ ਆਪਾਂ ਨੂੰ, ਜਿਹੜੀ ਹੋਈ ਸਾਹਿਤ ਵਾਲੀ, ਨਿਰੀ ਸਾਹਿਤ ਵਾਲੀ ਹੋ ਗਈ ਹੈ ਨਾ। ਤਾਂ ਆਪਾਂ ਗੱਲ ਕਰਾਂਗੇ ਅਪਭ੍ਰੰਸ਼ਾਂ ਦੀ। ਇਸ ਸੰਬੰਧੀ ਅਸੀਂ ਚੰਗੀ ਤਰ੍ਹਾਂ ਪੜ੍ਹ ਚੁੱਕੇ ਹਾਂ ਕੀ ਮੀਨਿੰਗ ਅਪਭ੍ਰੰਸ਼ਾਂ ਦਾ ਕੀ ਹੈ। ਤੁਸੀਂ ਸਿਰਫ ਸਮਾਂ ਨੋਟ ਕਰਨਾ ਹੈ ਇੱਥੇ। ਠੀਕ ਹੈ, ਤਿੰਨਾਂ ਦਾ। ਅਪਭ੍ਰੰਸ਼ਾਂ ਦੇ ਵਿੱਚੋਂ ਜਿਹੜੀਆਂ ਵਿਕਸਿਤ ਹੋਈਆਂ ਬੋਲੀਆਂ ਉਹਨਾਂ ਨੂੰ ਕਿਹਾ ਗਿਆ ਆਧੁਨਿਕ ਬੋਲੀਆਂ, ਤੇ ਸਮਾਂ ਰਹੇਗਾ ਇਹਨਾਂ ਦਾ 1000 ਤੋਂ ਲੈ ਕੇ, ਠੀਕ ਹੈ, ਅੱਗੇ ਤੱਕ ਜਿੰਨਾ ਵੀ ਸਮਾਂ ਉਹ ਸਾਰਾ ਇਹਦੇ ਵਿੱਚ ਆ ਜਾਊਗਾ 1000 ਈਸਵੀ ਤੋਂ ਲੈ ਕੇ। ਤਾਂ ਇਹ ਆ ਗਈਆਂ ਜੀ ਮੁੱਖ ਚਾਰ। ਕਿਹੜੀਆਂ ਕਿਹੜੀਆਂ, ਮਹਾਰਾਸ਼ਟਰੀ, ਮਗਧੀ, ਸੌਰਸ਼ੈਨੀ ਤੇ ਪੈਸਾਚੀ। ਇਹ ਆਪਾਂ ਪਹਿਲਾਂ ਕਰ ਚੁੱਕੇ ਹਾਂ। ਮਹਾਰਾਸ਼ਟਰੀ ਚ ਮਰਾਠੀ ਨੇ ਜਨਮ ਲੈ ਲਿਆ, ਉਸ ਤੋਂ ਬਾਅਦ ਮਗਧੀ ਨੇ ਅੱਗੇ ਹਿੰਦੀ ਦੇ ਰੂਪ ਦੇ ਵਿੱਚ, ਠੀਕ ਹੈ, ਵਿਕਸਿਤ ਹੋਈ। ਤੇ ਆਪਾਂ ਸਿਰਫ ਕਿਹਦੇ ਨਾਲ ਲਿੰਕ ਰੱਖਣਾ ਹੈ, ਸੌਰਸ਼ੈਨੀ ਤੇ ਪੈਸਾਚੀ ਨਾਲ। ਇਹਨਾਂ ਦੋਨਾਂ ਨਾਲ ਲਿੰਕ ਰਹੂਗੀ ਸਾਡੀ ਪੰਜਾਬੀ। ਇੱਥੋਂ ਹੁਣ ਬਸ ਧਿਆਨ ਨਾਲ ਕਰ ਲੈਣਾ ਤੁਸੀਂ। ਵੈਸੇ ਆਪਾਂ ਕਰ ਚੁੱਕੇ ਹਾਂ, ਜ਼ਿਆਦਾ ਸਮਝਣ ਦੀ ਲੋੜ ਨਹੀਂ। ਸੌਰਸ਼ੈਨੀ ਪੂਰਬੀ ਪੰਜਾਬ ਚ ਸੀ, ਪੈਸਾਚੀ ਪੱਛਮੀ ਪੰਜਾਬ ਚ। ਕਲੀਅਰ? ਤਾਂ ਇਹਨੂੰ ਨੋਟ ਕਰ ਲਿਓ। ਦੇਖੋ ਪੱਪੇ ਤੇ ਠੀਕ ਹੈ, ਅੱਗੇ ਸੱਸਾ ਤੇ ਛੱਛਾ ਯਾਦ ਰੱਖ ਲਿਓ। ਇੰਨੇ ਕਿ ਹਿੰਟ ਨਾਲ ਯਾਦ ਰਹਿ ਜਾਂਦੀ ਹੁੰਦੀ ਹੈ ਇਜ਼ੀਲੀ।
ਵਿਸਾਖੀ ਪੱਛਮੀ ਪੰਜਾਬ ਦੇ ਵਿੱਚ। ਤਾਂ ਜੋ ਇਸ ਦੀਆਂ ਸਥਾਨਕ ਬੋਲੀਆਂ ਪੈਦਾ ਹੋਈਆਂ, ਸੌਰਸ਼ਾਨੀ ਦੇ ਵਿੱਚੋਂ ਕੈਕਈ ਪੈਦਾ ਹੋਈ, ਠੀਕ ਹੈ, ਜਿਸ ਦਾ ਸੰਬੰਧ ਜੋੜਿਆ ਜਾਂਦਾ ਹੈ ਕਿਹੜੀ ਜੋ ਆਪਣਾ ਪੜ੍ਹਦੇ ਆ ਨਾ ਆਪਾਂ, ਕੈਕਈ। ਕੈਕਈ ਤੁਹਾਨੂੰ ਪਤਾ ਹੀ ਹੋਏਗਾ ਕੌਣ ਸੀ ਕੈਕਈ, ਠੀਕ ਹੈ, ਕਮੈਂਟ ਕਰਕੇ ਦੱਸਿਓ ਪਲੀਜ਼ ਕੌਣ ਸੀ ਕੈਕਈ। ਓਕੇ, ਉਸ ਨਾਲ ਜੋੜਿਆ ਜਾਂਦਾ ਹੈ ਕਿ ਉਸ ਜਿੱਥੋਂ ਦੀ ਰਿਆਸਤ ਦੀ ਉਹ ਸੀਗੀ, ਉਹ ਰਾਣੀ ਜਿੱਥੋਂ ਦੀ ਰਿਆਸਤ ਦੀ ਸੀਗੀ ਨਾ, ਉਸ ਰਿਆਸਤ ਦੇ ਵਿੱਚ ਉਸ ਰਾਜਕੁਮਾਰੀ ਦੇ ਨਾਮ ਤੇ ਹੀ ਇਸ ਦਾ ਨਾਮ ਪੈ ਗਿਆ ਸੀ। ਠੀਕ ਹੈ, ਤੁਸੀਂ ਕਮੈਂਟ ਕਰਨਾ ਕਿਸ ਦੀ ਰਾਣੀ ਸੀ ਇਹ ਕੈਕਈ। ਵਿਸ਼ੇ ਤੋਂ ਥੋੜਾ ਉਲਟਾ ਪਰ ਪਤਾ ਤਾਂ ਹੋਣਾ ਚਾਹੀਦਾ ਹੈ ਨਾ, ਠੀਕ ਹੈ। ਤਾਂ ਉਸ ਤੋਂ ਬਾਅਦ ਪੱਛਮੀ ਜੋ ਪੰਜਾਬ ਸੀ ਉਸ ਦੇ ਵਿੱਚ ਪੈਸਾਚੀ, ਪੈਸਾਚੀ ਤੋਂ ਉਪਜੀ ਟੱਕੀ, ਠੀਕ ਹੈ। ਇਹ ਤੁਹਾਨੂੰ ਮੈਂ ਦੱਸ ਦਿੰਦੀ ਹਾਂ, ਜੋ ਟੱਕ ਕਬੀਲਾ ਤੇ ਟੱਕ ਦੇਸ਼ ਦੋਨਾਂ ਨਾਲ ਹੀ ਜੋੜਿਆ ਜਾਂਦਾ ਇਸ ਦਾ ਸੰਬੰਧ, ਠੀਕ ਹੈ। ਤਾਂ ਇਹ ਵੀ ਸਥਾਨਕ ਬੋਲੀ ਸੀ। ਹੁਣ ਇਹਨਾਂ ਦੋਨਾਂ ਦੇ ਸੁਮੇਲ ਤੋਂ ਉਪਜੀ, ਠੀਕ ਹੈ। ਅਸਲ ਦੇ ਵਿੱਚ ਤਾਂ ਮੰਨਿਆ ਜਾਂਦਾ ਕਿ ਕੈਕਈ ਤੋਂ ਹੀ ਉਪਜੀ, ਤੇ ਜੋ ਟੱਕੀ ਸੀ ਇਸਨੇ ਵੀ ਪੂਰਾ ਪ੍ਰਭਾਵ ਪਾਇਆ ਆਪਦਾ ਪੈਸਾਚੀ ਵਾਲੀ ਨੇ, ਠੀਕ ਹੈ। ਪੈਸਾਚੀ ਦਾ ਜ਼ਿਆਦਾ ਪ੍ਰਭਾਵ ਹੀ ਮੰਨਿਆ ਜਾਂਦਾ, ਪਰ ਸੌਰਸੈਨੀ ਨੂੰ ਕਿਹਾ ਜਾਂਦਾ ਕਿ ਹਾਂ ਇਹਦੇ ਵਿੱਚੋਂ ਪੈਦਾ ਹੋਈ ਸੀ। ਤਾਂ ਨੈਕਸਟ ਆ ਗਈ ਆਪਣੇ ਕੋਲ ਪੰਜਾਬੀ, ਦੋਨਾਂ ਦੇ ਸੁਮੇਲ ਤੋਂ ਪੈਦਾ ਹੋ ਗਈ ਪੰਜਾਬੀ। ਹੁਣ ਇਹਦੇ ਸੰਬੰਧੀ ਇੱਕ ਮਤ ਹੋਰ ਜੋੜਿਆ ਜਾਂਦਾ ਹੈ ਜੋ ਐਜ਼ ਈ ਮਦਰ ਆਫ ਫ੍ਰੈਂਚ। ਇਹਦੇ ਸੰਬੰਧੀ ਜ਼ਿਕਰ ਸਾਨੂੰ ਮਿਲਦਾ ਬਚਿੱਤਰ ਨਾਟਕ ਦੇ ਵਿੱਚ ਵੀ ਮਿਲਦਾ, ਠੀਕ ਹੈ, ਪੜ੍ਹਿਆ ਹੀ ਹੋਊਗਾ ਤੁਸੀਂ, ਮਸ਼ਹੂਰ ਹੈ। ਮਦਰ ਆਫ ਫ੍ਰੈਂਚ ਸੰਬੰਧੀ ਜਿਹੜੀ ਵਿਦਵਾਨਾਂ ਦੇ ਵਿੱਚ ਇੱਕ ਉਲਝਣ ਜੀ ਪਾਈ ਜਾਂਦੀ ਹੈ ਵੀ ਇਹਦਾ ਪ੍ਰਭਾਵ ਸੀ ਜਾਂ ਨਹੀਂ ਸੀ, ਠੀਕ ਹੈ। ਜ਼ਿਆਦਾ ਵਿਦਵਾਨ ਸਹਿਮਤ ਨਹੀਂ ਆ, ਪਰ ਫਿਰ ਵੀ ਕਿਤੇ ਨਾ ਕਿਤੇ ਕਈਆਂ ਨੇ ਇਹ ਸ਼ੰਕਾ ਪ੍ਰਗਟ ਕੀਤੀ ਹੈ ਕਿ ਇਸ ਦਾ ਪ੍ਰਭਾਵ ਵੀ ਰਿਹਾ ਪੰਜਾਬੀ ਦੇ ਉੱਪਰ, ਠੀਕ ਹੈ। ਤਾਂ ਤਿੰਨ ਕਰ ਲਓ, ਫਿਰ ਤਿੰਨਾਂ ਦੇ ਸੁਮੇਲ ਤੋਂ ਬਣ ਗਈ, ਪਰ ਜ਼ਿਆਦਾਤਰ ਮੰਨੀ ਜਾਂਦੀ ਹੈ ਕੈਕਈ ਤੇ ਟੱਕੀ ਦੇ ਸੁਮੇਲ ਤੋਂ। ਠੀਕ ਹੈ ਜੀ, ਆਸ ਹੈ ਕਿ ਤੁਹਾਨੂੰ ਸਮਝ ਲੱਗ ਗਿਆ ਹੋਊਗਾ।